औज़ुबिल्लाहि बिस्मिल्लाहिर्रहमानिर्रहीम। अल्लाह जल्ल शानहू के नाम दे नाल अल्हम्दुलिल्लाह रब्बिल आलमीन वल आक़िबतु लिल मुत्तक़ीन अस्सलातु वस्सलामु अला रसूलिल करीम। दोस्तों अस्सलामु अलैकुम। डॉक्टर नसीर कालू हाज़िर CNP दोस्तों एक तो अच्छी गल है आगे शायद चोरी चोरी ना कुछ कर लिया कि इस हुकूमत ने इस जुमे नूं तेल नहीं वधाया। याद करो इस 17 ਦੇ ਵਿੱਚ हर जुमे नूं कोई ना कोई सज़ा इस नून लीग वास्ते निकलती सी। ਜਿਹੜੀ भी अदालत 'ਚ केस लगा ਹੁੰਦਾ ਇਹਨਾਂ ਵਾਸਤੇ सज़ा निकलती सी। ਹੁਣ सन 26 ਦੀ ਜਿਹੜੀ ਹੈ हर जुमा ਉਹ ਸਾਡੇ ਕੌਮ ਦੇ ਉੱਤੇ ਭਾਰਾ ਆਉਂਦਾ। ਉਸ ਹਰ जुमे ਦੇ जुमे ਉਹ ਤੇਲ ਦੀਆਂ ਕੀਮਤਾਂ ਵਧਾਈ ਜਾਂਦੇ ਨੇ ਜਾਂ ਬਿਜਲੀ ਦੀਆਂ ਕੀਮਤਾਂ ਵਧਾਈ ਜਾਂਦੇ ਨੇ ਤਾਂ ਕਿ ਇਸ ਕੌਮ ਦਾ ਪੱਠਾ ਬਿਠਾ ਕੇ ਰੱਖੋ। ਜਿਹੜਾ ਤੇ ਅੱਛੀ ਗੱਲ ਆ ਵੀ ਨਹੀਂ ਵਧਿਆ, ਚਲੋ ਅੱਲਾ ਖੈਰ ਕਰੇ, ਕਿਉਂਕਿ ਅੱਗੇ ਹੀ ਬਥੇਰਾ ਵੱਧ ਗਿਆ, ਹੋਰ ਕੀ ਵਧਾਉਣਾ ਅੱਜ। ਦੋਸਤੋ ਇੱਕ ਹੋਰ ਬਹੁਤ ਅੱਛੀ ਖਬਰ ਹੈ ਕਿ ਖਸੂਸਨ ਸਊਦੀ ਅਰਬ ਨੇ ਨਾਲ ਆਪਣੇ ਦੂਸਰੇ ਸਾਥੀ ਜਿਹੜੇ ਹਨ ਨਾਲ ਦੇ ਖਲੀਜੀ ਮੁਲਕ ਨੇ, ਗਲਫ ਕੰਟਰੀਜ਼ ਜਿਹੜੇ ਛੋਟੇ ਛੋਟੇ, ਉਹਨਾਂ ਨਾਲ ਮੁਸ਼ਾਵਰਤ ਕਰਕੇ ਇੱਕ ਪਲੈਨਿੰਗ ਤਿਆਰ ਕਰ ਰਹੇ ਨੇ ਕਿ ਈਰਾਨ ਦੇ ਨੂੰ ਸ਼ਾਮਲ ਕਰਕੇ ਉਸੇ ਗਰੁੱਪ ਦੇ ਵਿੱਚ ਹੋਰ ਕੁਝ ਲੋਕਾਂ ਨੂੰ ਵੀ, ਜਿਹਦਾ ਉਹਨਾਂ ਨੇ ਯੂਰਪੀ ਯੂਨੀਅਨ ਨਾਲ ਵੀ ਮਸ਼ਵਰਾ ਕੀਤਾ ਵੇ ਕਿ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅਸੀਂ ਇੱਕ ਮੁਆਹਦਾ ਕਰੀਏ ਕਿ ਕੋਈ ਮੁਲਕ ਕਿਸੇ ਦੂਸਰੇ ਮੁਲਕ ਦੇ ਖਿਲਾਫ ਨਾ ਖੁਦ ਕੋਈ ਐਕਸ਼ਨ ਲਏਗਾ, ਨਾ ਕੋਈ ਖੁਦ ਉਹਦੇ ਉੱਤੇ ਹਮਲਾਵਰ ਹੋਏਗਾ ਔਰ ਨਾ ਹੀ ਕਿਸੇ ਦੂਸਰੇ ਦੇ ਬਰੂਨੀ ਹਮਲਾਵਰ ਦੀ ਮਦਦ ਕਰੇਗਾ। ਔਰ ਇਹ ਸਭ ਤੋਂ ਬੜਾ ਔਰ ਸਭ ਤੋਂ ਅੱਛਾ ਔਰ ਸਭ ਤੋਂ ਜ਼ਰੂਰੀ ਜਿਹੜਾ ਸਟੈਪ ਸੀ ਉਹ ਇਹੀ ਸੀ ਕਿ ਯੂਰਪੀ ਯੂਨੀਅਨ ਜਿਸ ਤਰ੍ਹਾਂ ਇਤਿਹਾਦ ਕਰਕੇ ਬੈਠੇ ਨਾ ਕਿ ਇੱਕ ਯੂਰਪੀ ਮੁਲਕ ਦੇ ਅੰਦਰ ਅਗਰ ਕੋਈ ਵੀ ਗੈਰ ਮੁਲਕ ਹਮਲਾ ਕਰਦਾ ਦੂਸਰਾ ਮੁਲਕ ਬਾਹਰੋਂ, ਇਹ ਸਾਰੇ ਇਕੱਠੇ ਹੋ ਗਏ। ਤੁਸੀਂ ਇਹਦੀ ਮਿਸਾਲ ਯੂਕਰਾਈਨ ਲੈ ਲਓ ਕਿ ਰਸ਼ੀਆ ਨੇ ਜਦੋਂ ਹਮਲਾ ਕੀਤਾ ਯੂਕਰਾਈਨ ਤੇ ਯੂਕਰਾਈਨ ਦੇ ਨਾਲ ਸਾਰੇ ਯੂਰਪੀ ਮੁਲਕ ਇਕੱਠਾ ਹੋ ਗਿਆ, ਅਮਰੀਕਾ ਬਿਲਕੁਲ ਉਹਦੇ ਫਰੰਟ ਤੇ ਸੀਗਾ। ਇਸੇ ਤਰ੍ਹਾਂ ਅਗਰ ਸਾਊਦੀ ਅਰਬ ਆਪਣੇ ਨਾਲ ਗੁਲਫ ਮਮਾਲਿਕ ਜਿੰਨੇ ਖਲੀਜੀ ਮਮਾਲਿਕ ਨੇ, ਛੋਟੇ ਛੋਟੇ ਹੀ ਸਹੀ, ਲੇਕਿਨ ਅਗਰ ਉਹਨਾਂ ਨੂੰ ਨਾਲ ਮਿਲਾ ਕੇ ईरान ਦੇ ਨਾਲ, ਕਿਉਂਕਿ ਖਲੀਜ ਫਾਰਸ ਔਰ ਬਿਲਕੁਲ ਇੱਕ ਦੂਸਰੇ ਦੇ ਆਪੋਜ਼ਿਟ ਨੇ ਮੁਲਕ ਜਿੰਨੇ ਵੀ ਨੇ ईरान ਦੇ, ईरान ਨੂੰ ਨਾਲ ਮਿਲਾ ਕੇ, ਔਰ ਸਭ ਤੋਂ ਬਿਹਤਰੀਨ ਇਹ ਆ ਕਿ ਇਹਨਾਂ ਦੇ ਇਕੱਠ ਤੇ ਹੋਵੇ ਹੀ ਹੋਵੇ, ਲੇਕਿਨ ਅਗਰ ਇਹ ਤੁਰਕੀ ਔਰ ਪਾਕਿਸਤਾਨ ਨੂੰ ਵੀ ਇਸ ਗਰੁੱਪ ਦੇ ਵਿੱਚ ਸ਼ਾਮਲ ਕਰ ਲੈਣ, ਕਿਉਂਕਿ ਪਾਕਿਸਤਾਨ ਵੀ ਲਾਗੇ ਹੀ ਲੱਗਦਾ, ਬਹੁਤ ਦੂਰ ਤੇ ਨਹੀਂ ਹੈ, ਤਾਂ ਤੁਰਕੀ ਵੀ ਲਾਗੇ ਹੀ ਲੱਗਦਾ ਇਹਨਾਂ ਦੇ, ਕਿਉਂਕਿ ਜਿਹੜਾ ਹੈ ਆਪਣਾ ਸਾਡਾ ਸਾਊਦੀ ਅਰਬ ਉਹਦਾ ਇੱਕ ਕੋਨਾ ਜਾ ਕੇ ਉਸ ਸਾਈਡ ਤੇ ਬਹਿਰਾ ਰੋਮ ਨਾ ਜਾ ਮਿਲਦਾ ਵੇ, ਇਸ ਸਾਈਡ ਤੇ ਬਹਿਰਾ ਅਰਬ ਨਾ ਜਾ ਕੇ ਮਿਲ ਜਾਂਦਾ। ਇਸ ਵਾਸਤੇ ਪਾਕਿਸਤਾਨ ਨਾਲ ਵੀ ਰਾਬਤਾ ਬੜੇ ਆਸਾਨੀ ਨਾਲ ਹੋ ਸਕਦਾ ਅਗਰ ਪਾਕਿਸਤਾਨ ਔਰ ਤੁਰਕੀ, ਤੀਸਰਾ ਜਿਹੜਾ ਅੱਛੀ ਫੋਰਸ ਰੱਖਣ ਵਾਲਾ ਮੁਲਕ ਆ ਉਹ ईरान, ਅਗਰ ਤਿੰਨ ਤਾਕਤਵਰ ਫੌਜਾਂ, ਤਾਕਤਵਰ ਰਿਸੋਰਸਿਸ ਵਾਲੇ ਮੁਲਕ ਜਿਹੜੇ ਨੇ, ਦਿਫਾਈ ਰਿਸੋਰਸਿਸ ਦੀ ਮੈਂ ਗੱਲ ਕਰ ਰਿਹਾ, ਇਹ ਨਾਲ ਮਿਲ ਜਾਂਦੇ ਨੇ ਤੇ ਇਹ ਬਿਲਕੁਲ ਬਹੁਤ ਬੜਾ ਮਜ਼ਬੂਤ ਮੁਸ਼ਤਰਕਾ ਇਹਨਾਂ ਦਾ ਗਰੁੱਪ ਬਣ ਜਾਂਦਾ, ਜਿਹਦੇ ਵੱਲ ਮੇਰਾ ਨਹੀਂ ਖਿਆਲ ਕਿ ਕਦੀ ਇਸਰਾਈਲ ਤਵੱਕੋ ਵੀ ਕਰੇਗਾ ਜਾਂ ਇਸਰਾਈਲ ਕਦੀ ਹਿੰਮਤ ਵੀ ਕਰੇਗਾ, ਇਸਰਾਈਲ ਕਦੀ ਸੋਚੇਗਾ ਵੀ ਇਹਨਾਂ ਤੇ ਕਿਸੇ ਤੇ ਹਮਲਾ ਕੀਤਾ ਜਾਏ। ਲੇਕਿਨ ਮੁਸੀਬਤ ਕਿੱਥੇ ਆ? ਮੁਸੀਬਤ ਇਹ ਹੈ ਉਹ UAE ਜਿਹੜਾ ਹੈ, ਦੁਬਈ, ਅਬੂ ਧਾਬੀ, ਸ਼ਾਰਜਾ ਵਗੈਰਾ ਗਰੁੱਪ UAE, ਉਹ ਪਹਿਲੇ ਹੀ ਨਿਕਲ ਗਿਆ ਵਿੱਚੋਂ। ਉਹਨੇ ਆਪਣੇ ਇਸਰਾਈਲ ਨਾਲ ਬਹੁਤ ਗਹਿਰੇ ਤਾਲੁਕਾਤ ਬਣਾ ਰਹੇ ਨੇ ਔਰ ਇਸਰਾਈਲ ਦੀ ਫੌਜ, ਉਹਨਾਂ ਦੀ ਏਜੰਸੀਆਂ ਉਹਦੇ ਡਿਫੈਂਸ ਵਾਸਤੇ ਉੱਥੇ ਪਹੁੰਚੀਆਂ ਬੈਠੀਆਂ ਨੇ ਔਰ ਉਹ ਹੋਰ ਬਹੁਤ ਅੱਗੇ ਚੱਲੇ ਜਾਓ। ਹੁਣ ਨਵਾਂ ਇੱਕ ਪ੍ਰੋਗਰਾਮ ਬਣਿਆ ਇਹਨਾਂ ਦਾ, ਕੱਲ ਪਰਸੋਂ ਮੋਦੀ ਸਾਹਿਬ ਤਸ਼ਰੀਫ ਲਗਾਏ ਨੇ ਉੱਥੇ ਆਪਣੇ ਦੁਬਈ 'ਚ, ਤੇ ਉੱਥੇ ਜਨਾਬ ਉਹਨਾਂ ਨੇ ਇਸ ਤਰ੍ਹਾਂ ਉਹਦਾ ਤਾਰਫ, ਇਸ ਤਰ੍ਹਾਂ ਖੁਸ਼ ਆਮਦੀਦ ਕੀਤਾ ਜਿਸ ਤਰ੍ਹਾਂ ਬਹੁਤ ਬੜੇ ਮੁਲਕ ਦਾ ਬਹੁਤ ਵੱਡਾ ਮਤਲਬ ਸੁਪਰ ਪਾਵਰ ਦਾ ਸਰਬਰਾਹ ਆਇਆ ਹੋਵੇ ਤੇ ਹਵਾਈ ਜਹਾਜ਼ ਦੇ ਗੇਟ ਦੇ ਉੱਤੇ ਜਾ ਕੇ ਉਹ ਜਿਹੜੇ ਲਗਾਇਆ ਜਾਂਦਾ ਨਾ ਕਵਰ ਏਰੀਆ, ਜਿਹਦੇ ਉੱਤੋਂ ਦੀ ਸਵਾਰੀਆਂ ਉਤਰ ਕੇ ਮੁਸਾਫਰ ਜਿਹੜੇ ਨੇ ਜਹਾਜ਼ ਤੋਂ ਨਿਕਲ ਕੇ ਆਉਂਦੇ, ਉਹ ਦਰਵਾਜ਼ੇ ਜਹਾਜ਼ ਦੇ ਤੱਕ ਜਾ ਕੇ ਮੁਹੰਮਦ ਬਿਨ ਜ਼ੈਦ ਨੇ ਵਸੂਲ ਕੀਤਾ ਜਾਂ ਖੁਸ਼ ਆਮਦੀਦ ਕੀਤਾ ਔਰ ਉੱਥੇ ਜੱਫੇ ਚੁੱਪੇ ਮਾਰੇ। ਲੇਕਿਨ ਹਕੀਕਤ ਇਹ ਆ ਕਿ ਉਹ ਮੰਗਦਾ ਨਹੀਂ ਇਹਨਾਂ ਕੋਲ, ਉਹ ਮੰਗਤ ਨਹੀਂ ਹੈ ਇਹਨਾਂ ਦੇ ਅਰਬ ਮੁਲਕਾਂ ਦਾ, ਇਸ ਵਾਸਤੇ ਉਹਦਾ ਇਹਤਰਾਮ ਇੱਕ ਤੇ ਇਹ ਵਜ੍ਹਾ ਸੀ, ਦੂਸਰਾ ਪਾਕਿਸਤਾਨ ਦੀ ਮੁਖਾਲਫਤ, ਔਰ ਹੁਣ ਉਹ ਇੰਡੀਆ ਦੇ ਨਾਲ ਬਹੁਤ ਲੰਬੇ ਚੌੜੇ ਪ੍ਰੋਗਰਾਮ, ਦਿਫਾਈ ਮੁਆਹਦੇ ਵੀ ਕਰ ਰਹੇ ਨੇ ਜਾਂ ਹੋਰ ਵੀ ਕਈ ਕੁਝ ਮੁਆਹਦੇ ਕਰ ਰਹੇ, ਜਿਸ ਤਰ੍ਹਾਂ ਪਹਿਲੇ ਸੀ ਕਿ ਉਹ ਮਿੱਟੀ ਜਿਹੜੀ ਆ
ਯਾਨੀ ਇੰਡੀਆ ਮਿੱਟੀ ਭੇਜਦਾ ਕੀਮਤਨ ਦੁਬਈ ਜਾਂ UAE ਨੂੰ, ਔਰ ਉਹਨਾਂ ਕੋ ਤੇਲ ਲੈਂਦਾ, ਪਾਣੀ ਭੇਜਦਾ ਇੱਥੋਂ, ਉਹਨਾਂ ਕੋ ਤੇਲ ਲੈਂਦਾ। ਯਾਨੀ ਇੰਡੀਆ ਮੁਲਕੀ ਮਫਾਦਾਤ ਵਾਸਤੇ ਜਿੰਨਾ ਕੁਝ ਕਰ ਸਕਦਾ ਬਿਹਤਰੀਨ ਕਰ ਸਕਦਾ, ਲੇਕਿਨ ਮੁਸੀਬਤ ਸਾਡੇ ਵਾਸਤੇ ਇਹ ਆ ਕਿ ਸਾਡੇ ਜਿਹੜੇ ਸਰਬਰਾਹ ਨੇ ਇਹ ਮੁਲਕੀ ਮਫਾਦ ਨੂੰ ਪਿੱਛੇ ਸੁੱਟ ਦਿੰਦੇ ਨੇ, ਔਰ ਜ਼ਾਤੀ ਮਫਾਦਾਤ ਅੱਗੇ ਰੱਖ ਕੇ ਸਾਰੇ ਜੋ ਵੀ ਇਹਨਾਂ ਦੇ ਮੁਆਹਦੇ ਜਾਂ ਵਾਅਦੇ ਹੁੰਦੇ ਨੇ ਉਸ ਹਿਸਾਬ ਨਾਲ ਚੱਲਦੇ ਨੇ, ਕੰਟੈਕਟ ਉਸੇ ਰੈਫਰੈਂਸ ਨਾਲ ਹੁੰਦਾ। ਤੇ ਤੀਸਰੇ ਨੰਬਰ ਤੇ ਇੱਕ ਜਿਹੜਾ ਟਰੰਪ ਸਾਹਿਬ ਤਸ਼ਰੀਫ ਲਗਾਏ ਸੀ ਚੀਨ 'ਚ, ਉਹ ਜਿਸ ਤਰ੍ਹਾਂ ਕਹਿੰਦੇ ਨੇ ਨਾ, ਜਿਹੋ ਜਿਹੇ ਗਏ ਉਹੋ ਜਿਹੇ ਆ ਗਏ, ਜੋ ਮੂੰਹ ਲੈ ਕੇ ਗਏ ਉਹੋ ਜਿਹਾ ਮੂੰਹ ਲੈ ਕੇ ਆ ਗਏ। ਬੜਾ ਅੱਛਾ ਚੀਨ ਨੇ ਜਵਾਬ ਦਿੱਤਾ, ਬੜਾ ਸੋਹਣਾ ਜਵਾਬ ਦਿੱਤਾ, ਤੇ ਟਰੰਪ ਸਾਹਿਬ ਉੱਥੋਂ ਚੁੱਪ ਕਰਕੇ ਵਾਪਸ ਆ ਗਏ। ਤੇ ਜਿਸ ਤਰ੍ਹਾਂ ਜੋ ਪ੍ਰੋਟੋਕੋਲ ਨੇ ਉਹਦੇ ਮੁਤਾਬਕ ਹੀ ਚਾਈਨਾ ਨੇ ਕੀਤਾ ਕਿ ਟਰੰਪ ਸਾਹਿਬ ਗਏ ਨੇ, ਉੱਥੋਂ ਜਨਾਬ ਕੋਈ ਬੰਦਾ ਨਹੀਂ ਲੈਣ ਇਹਨਾਂ ਨੂੰ ਆਇਆ 에ਅਰਪੋਰਟ ਤੋਂ, ਕੋਈ ਪ੍ਰੋਟੋਕੋਲ ਅਫੀਸਰ ਜਿਹੜੇ ਹੁੰਦੇ ਨੇ ਮੁਤਲਕਾ ਰੱਖੇ ਹਰ ਮੁਲਕ ਨੇ ਆਪਣੇ ਆਪਣੇ, ਉਹ ਹੀ ਜਾ ਕੇ ਲੈ ਕੇ ਗਏ ਨੇ। ਫਿਰ ਉੱਥੇ ਜਦੋਂ ਮੁਲਾਕਾਤ ਹੋਈ ਸ਼ੀ ਸਾਹਿਬ ਨਾਲ, ਜਿਹੜੇ ਸਦਰ ਨੇ ਚਾਈਨਾ ਦੇ। ਲੇਕਿਨ ਅਗਰ ਖੁਦਾ ਨਖਾਸਤਾ ਉਹ ਟਰੰਪ ਇੱਥੇ ਸਾਡੇ ਪਾਕਿਸਤਾਨ 'ਚ ਆ ਜਾਂਦਾ ਤੇ ਜਨਾਬ ਸਾਡੇ ਮੁਲਕ ਦੇ ਵਿੱਚ ਸਾਰੇ 'ਚ ਕਰਫਿਊ ਲੱਗ ਜਾਣਾ ਸੀ, ਤੇ ਵਜ਼ੀਰ ਆਜ਼ਮ, ਫੀਲਡ ਮਾਰਸ਼ਲ, ਸਦਰ, ਸਾਰੇ ਵਜ਼ੀਰ ਮੁਸ਼ੀਰ, ਪੂਰਾ ਪੂਰਾ ਮਜਮਾ ਜਿਹੜਾ ਉਹ ਜਨਾਬ 에ਅਰਪੋਰਟ ਪਹੁੰਚਿਆ ਹੋਣਾ ਸੀ। ਇਹ ਹੁੰਦਾ ਕੌਮਾਂ ਦੀ ਡਿਗਨਿਟੀ, ਕੌਮਾਂ ਦੀ ਅਜ਼ਮਤ, ਕਿ ਆਪਣਾ ਅਜ਼ਮਤ ਬਰਕਰਾਰ ਰੱਖਦੇ ਨੇ ਔਰ ਆਪਣੀ ਡਿਗਨਿਟੀ ਬਰਕਰਾਰ ਰੱਖਦੇ ਨੇ। ਅੱਲਾਹ ਤਾਲਾ ਸਾਡੇ ਤੇ ਕਰਮ फरमाए, अल्लाह ताला पाकिस्तान और पाकिस्तान की हिफाजत फरमाए। अल्लाह हाफिज़, अस्सलाम।